नमस्कार दोस्तों, द फैक्ट टाइम में आपका स्वागत है। हम आपको डेरा सच्चा सौदा संस्था से सीधी कवरेज दिखा रहे हैं। यहाँ पर काफ़ी लड़कियाँ हमारे साथ जुड़ रही हैं जिनसे बातचीत दिखाते हैं कि लड़कियों को लेकर डेरा सच्चा सौदा में कैसी सुरक्षा है। आज हम आपको उन लड़कियों से मिलवाएंगे। ये पंजाब से, गाँव से आई हैं। हम जानते हैं कि गाँव में बेटियों को बाहर जाने नहीं दिया जाता, बाहर जाने नहीं दिया जाता। उनको हमेशा माँ बाप को डर रहता है। गांव लेवल की अगर बात करें तो खासकर माँ बाप में ये डर रहता है, कहीं बाहर बेटी की सुरक्षा के ऊपर उनका काफ़ी सोच रहती है, सुरक्षित बेटियां होंगी या नहीं होंगी। लेकिन हम देख रहे हैं कि डेरा सच्चा सौदा में हर तरह के लोग यहाँ पर आए हुए हैं, वेल एजुकेटेड लोग, इंजीनियर, डॉक्टर, और यहाँ पर गाँव से भी, गाँव देहात से जो लड़कियाँ हैं वो भी यहाँ पर हमें देखने को मिली। इनसे भी बातचीत करके जानते हैं कि इन लड़कियों के माँ बाप का क्या कहना है यहाँ आश्रम के माहौल को लेकर। ये किस तरीके से हम देख रहे हैं यहाँ पर बिल्कुल फ्री होके यहाँ पर घूम रही थी, अपना एंजॉय कर रही थी। इनसे भी जानेंगे इनको कैसा लगता है यहाँ पर डेरा सच्चा सौदा संस्था में माहौल। नमस्कार मैम, आपका शुभ नाम? नमस्कार, मेरा नाम गगनदीप कौर है। गगनदीप जी, कहाँ से आए हो आप? अकली तो आए हैं सी मानसा जिला, पंजाब से आए हो है ना? पंजाब से। मैम, आप गांव से बिलोंग करते हो। गांव में हम देखते हैं मैम, लड़कियों को बाहर नहीं जाने दिया जाता, तो आपको बाहर आने दिया। आश्रम में सिरसा में आप पहुंचे हो, आपके माँ बाप ने अलाउड किया मैम आपको आना? हाँ जी, बिल्कुल अलाउड किया, क्योंकि डेरे सच्चे सौदे ਦੇ ਵਿੱਚ ਇਹੀ ਜੀ ਕੋਈ ਗੱਲ ਹੀ ਨਹੀਂ ਹੈਗੀ ਕਿ ਵੀ ਮੰਨ ਲਓ ਇੱਥੋਂ ਦਾ ਕੋਈ ਮਾਹੌਲ ਬਹੁਤ ਜ਼ਿਆਦਾ ਵਧੀਆ ਹੈਗਾ। ਵੀ ਘਰ ਦੇ ਸਾਡੇ ਪੂਰਾ ਪਸੰਦ ਕਰਦੇ ਨੇ, ਸੱਚੇ ਸੌਦੇ ਆਉਣ ਨੂੰ ਬਿਲਕੁਲ ਵੀ ਨਹੀਂ ਰੋਕਦੇ, ਕਿਉਂਕਿ ਇੱਥੇ ਕੋਈ ਇਹ ਅਜਿਹੀ ਤਾਂ ਕੋਈ ਗੱਲ ਹੈ ਨਹੀਂ ਕਿ ਵੀ ਕੁੜੀਆਂ ਆਪਦੀ ਸਾਈਡ ਰਹਿੰਦੀਆਂ ਨੇ ਤੇ ਬਾਈ ਆਪਦੀ ਸਾਈਡ ਰਹਿੰਦੇ ਨੇ। ਤੇ ਸੱਚੇ ਸੌਦੇ ਦਾ ਮਾਹੌਲ ਤਾਂ ਬਹੁਤ ਵਧੀਆ ਹੈਗਾ, ਅਜਿਹੀ ਕੋਈ ਗੱਲ ਹੈ ਨਹੀਂ। ਕਦੇ ਵੀ ਤੁਹਾਨੂੰ ਮਤਲਬ ਐਵੇਂ ਦਾ ਨਹੀਂ ਲੱਗਿਆ? ਨਹੀਂ ਨਹੀਂ, ਬਿਲਕੁਲ ਵੀ ਨਹੀਂ, ਐਵੇਂ ਕਦੇ ਵੀ ਨਹੀਂ ਲੱਗਿਆ ਹੈਗਾ। ਤੇ ਵਧੀਆ ਮਾਹੌਲ ਆ ਇੱਥੇ ਦਾ। ਤੇ ਅਸੀਂ ਸ਼ੁਰੂ ਤੋਂ ਵੀ, ਮੇਰੀ ਦਾਦੀ ਆਉਂਦੀ ਸੀ, 50 ਸਾਲ ਤੋਂ ਅਸੀਂ ਡੇਰੇ ਨਾਲ ਜੁੜੇ ਹੋਏ ਆਂਗੇ। ਫਿਰ ਡੈਡੀ ਵਰਗੇ, ਤੇ ਹੁਣ ਅਸੀਂ ਜਨਮ ਤੋਂ ਹੀ ਇੱਥੇ ਆਉਣੇ ਆਂਗੇ, ਵੀ ਅਜਿਹੀ ਕੋਈ ਗੱਲ ਨਹੀਂ ਹੈਗੀ ਗੀ। मैडम, जो ਅਸੀਂ ਗੱਲ ਕਰਦੇ ਹਾਂ ਮਾਂ ਬਾਪ ਦੀ ਜਾਂ ਪਿੰਡ ਦੇ ਮਾਹੌਲ ਦੀ, ਤਾਂ ਉੱਥੇ ਮਤਲਬ ਬਾਹਰ ਜਾਣਾ ਇੱਕ ਬਹੁਤ ਹੀ ਅਲੱਗ ਸਮਝਿਆ ਜਾਂਦਾ। ਤੁਹਾਨੂੰ ਵੀ ਮਾਂ ਬਾਪ ਹੋਰ ਕਿਤੇ ਵੀ ਜਾਣ ਨੂੰ ਮਤਲਬ ਇਹ ਰਹਿੰਦਾ ਹੈ। ਤੇ ਆਸ਼ਰਮ 'ਚ ਵੀ ਤੁਸੀਂ, ਹੋਰ ਵੀ ਬੇਟੀਆਂ ਤੁਹਾਡੇ ਨਾਲ ਖੜੀਆਂ, ਹੋਰ ਵੀ ਲੜਕੀਆਂ ਤੁਹਾਡੇ ਨਾਲ ਖੜੀਆਂ, ਸਾਰਿਆਂ ਦੇ ਮਾਂ ਬਾਪ ਬਿਲਕੁਲ ਖੁੱਲੇ ਤਰੀਕੇ ਨਾਲ ਤੁਹਾਨੂੰ ਆਉਣ ਦਿੰਦੇ ਆ? ਖੁੱਲਾ ਉਹਨਾਂ ਦਾ ਕਹਿਣਾ ਹੁੰਦਾ ਵੀ ਤੁਸੀਂ ਜਾਓ ਡੇਰੇ 'ਚ? ਹਾਂਜੀ, ਡੇਰੇ ਬਾਰੇ ਬਿਲਕੁਲ ਨਹੀਂ ਰੋਕਦੇ, ਹੋਰ ਕਿਤੇ ਜਾਣ ਵਾਸਤੇ ਨਹੀਂ ਕਹਿੰਦੇ। ਹੁਣ ਸਾਨੂੰ 4 ਦਿਨ ਹੋ ਗਏ ਡੇਰੇ ਆਇਆਂ ਨੂੰ, ਤੇ ਡੇਰੇ ਅਸੀਂ ਇਕੱਲੇ ਹੀ ਆਏ ਹਾਂ। ਵੀ ਬਸ ਆ ਭਾਬੀ ਆਈ ਹੈ, ਇਹ ਵੀ ਪਿੰਡ 'ਚੋਂ ਨੇ ਵੀ ਆਏ, ਘਰਾਂ ਚੋਂ ਨਹੀਂ ਹੈਗੇ, ਘਰੋਂ ਕੋਈ ਨਹੀਂ ਹੈਗਾ ਤੇ ਬਿਲਕੁਲ ਨਹੀਂ ਰੋਕਦੇ ਡੇਰੇ ਸੱਚੇ। ਹੋਰ ਕਿਤੇ ਨਹੀਂ ਜਾਣ ਦਿੰਦੇ, ਪਰ ਡੇਰੇ ਆਉਣ ਨੂੰ ਕੁਛ ਨਹੀਂ ਕਹਿੰਦੇ। ਰਾਤ ਨੂੰ ਵੀ ਇੱਥੇ ਰੁਕਦੇ? ਹਾਂਜੀ, 4 ਦਿਨ ਹੋ ਗਏ ਸਾਨੂੰ ਆਇਆਂ ਨੂੰ, ਹਲੇ ਅਸੀਂ ਕੱਲ ਜਾਣਾਗਾ। ਤੇ ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਵੀ ਡੇਰੇ ਆਉਣ ਨੂੰ ਕੁਛ ਨਹੀਂ ਕਹਿੰਦੇ, ਕਿਉਂਕਿ ਸਾਰਾ ਪਰਿਵਾਰ ਜੁੜਿਆ ਹੋਇਆ, ਸਭ ਨੂੰ ਪਤਾ ਗਾ ਵੀ ਡੇਰੇ ਦਾ ਮਾਹੌਲ ਬਿਲਕੁਲ ਵੀ ਗਲਤ ਨਹੀਂ ਹੈਗਾ। ਸਨ ਡਾਕਟਰ ਗੁਰਮੀਤ ਰਾਮ ਰਿਮ ਸਿੰਘ ਜੀ, 4 ਸਾਲਾਂ ਤੋਂ ਤਾਂ ਸਮਾਜ ਨਹੀਂ ਹੈਗੇ, ਆਸ਼ਰਮ 'ਚ ਉਸ ਤਰੀਕੇ ਨਾਲ ਨਹੀਂ। ਇਹ ਤੋਂ ਪਹਿਲਾਂ ਵੀ ਤੁਸੀਂ ਆਉਂਦੇ ਸੀ ਲਗਾਤਾਰ? ਹਾਂਜੀ, ਪਹਿਲਾਂ ਵੀ ਆਉਂਦੇ ਸੀ ਲਗਾਤਾਰ। ਸਾਨੂੰ 50 ਸਾਲ ਹੋ ਗਏ ਡੇਰੇ ਨਾਲ ਜੁੜਿਆਂ ਨੂੰ। ਤੇ ਪਿਤਾ ਬਾਰੇ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ, ਪਿਤਾ ਬਹੁਤ ਵਧੀਆ ਸੀਗੇ। ਤੇ ਅਜਿਹਾ ਡੇਰੇ ਦਾ ਬਿਲਕੁਲ ਵੀ ਮਾਹੌਲ ਨਹੀਂ ਸੀਗਾ ਜੋ ਦਿਖਾਇਆ ਗਿਆ, ਜਾਂ ਜੋ ਕੁਛ ਵੀ ਡੇਰੇ ਬਾਰੇ ਕਿਹਾ ਗਿਆ ਬਿਲਕੁਲ ਗਲਤ ਹੈਗਾ। ਕਿਉਂਕਿ ਪਿਤਾ ਤਾਂ ਸਾਨੂੰ ਇਹ ਸਿਖਾਉਂਦੇ ਆ ਵੀ ਆਪਾਂ ਗਲਤ ਕੰਮ ਨਹੀਂ ਕਰਨੇਗੇ, ਹੈ ਨਾ। ਕੁੜੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ, ਸਮਾਜ ਦੇ ਵਿੱਚ ਕਿਵੇਂ ਰਹਿਣਾ, ਸਾਰਾ ਕੁਛ ਪਿਤਾ ਹੀ ਸਿਖਾਉਂਦੇ ਆ। ਕਿਉਂਕਿ ਸਾਨੂੰ ਵੀ ਘਰੋਂ ਪਹਿਲਾਂ ਘਰ ਦੇ ਨਹੀਂ ਸੀ ਬਾਹਰ ਨਿਕਲਣ ਦਿੰਦੇ ਜੇ ਅਸੀਂ ਡੇਰੇ ਨਾਲ ਨਾ ਜੁੜੇ ਹੁੰਦੇ। ਅਸੀਂ ਅੱਜ ਡੇਰੇ ਦੇ ਵਿੱਚ ਆਉਣੇ ਆ, ਅਸੀਂ ਇਕੱਲੇ ਵੀ, ਜਿਵੇਂ ਮੈਂ ਇਕੱਲੀ ਆ ਗਈ, ਮੇਰੇ ਨਾਲ ਇੱਕ ਕੁੜੀ ਹੋਰ ਆ ਗਈ, ਅਸੀਂ ਆਉਂਦੇ ਰਹਿਣੇ ਹੈਗੇ, ਵੀ ਕੋਈ ਕੁਛ ਨਹੀਂ ਕਹਿੰਦਾ ਗਾ। ਕਿਉਂਕਿ ਸਭ ਨੂੰ ਪਤਾ ਗਾ ਵੀ ਪਿਤਾ ਨੇ ਦਾ ਸਭ ਕੁਝ ਸਮਝਾਇਆ ਹੋਇਆ ਤੇ ਸਿਖਾਇਆ ਹੋਇਆ ਗਾ ਵੀ ਇਹ ਕੋਈ ਵੀ ਅਜਿਹਾ ਗਲਤ ਕੰਮ ਨਹੀਂ ਕਰਨਗੇ। ਸਭ ਕੁਛ ਪਿਤਾ ਦੀ ਰਹਿਮਤ ਹੀ ਹੈ, ਉਹਨਾਂ ਨੇ ਸਿਖਾਇਆ। ਆਸ਼ਰਮ 'ਚ ਅਰੇਂਜਮੈਂਟ ਕਿਵੇਂ ਦਾ ਹੁੰਦਾ? ਮਤਲਬ ਇੱਥੇ ਲੇਡੀਜ਼ ਵੀ ਆਉਂਦੀਆਂ ਨੇ, ਜੈਂਟਸ ਵੀ ਆਉਂਦੇ ਆ, ਤਾਂ ਕਿਵੇਂ ਦਾ ਅਰੇਂਜਮੈਂਟ ਕਿਵੇਂ ਦਾ ਹੁੰਦਾ ਇੱਥੇ? ਅਰੇਂਜਮੈਂਟ ਬਹੁਤ ਵਧੀਆ ਹੁੰਦਾ ਗਾ। ਤੇ ਬਾਈ ਨੇਗੇ, ਉਹ ਬਾਈਆਂ ਵਾਲੀ ਸਾਈਡ ਰਹਿੰਦੇ ਨੇ, ਭੈਣਾਂ ਨੇ ਭੈਣਾਂ ਵਾਲੀ ਸਾਈਡ ਰਹਿੰਦੀਆਂ ਨੇ। ਅਸੀਂ ਜਿਵੇਂ ਮਰਜ਼ੀ ਫਿਰਦੇ ਰਹੀਏ, ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਵੀ ਜਿਵੇਂ ਆਮ ਬੱਸਾਂ ਦੇ ਵਿੱਚ ਵੀ ਆਪਾਂ ਹੋਰ ਕਿਤੇ ਜਾਣਾ ਤਾਂ ਦੂਰ, ਚਲੋ ਮੇਲਿਆਂ ਮੁਜ਼ਾਹਰਿਆਂ 'ਚ ਤਾਂ ਹੋਰ ਗੱਲ ਆ ਗਈ, ਕਿਤੇ ਬੱਸ ਵਿੱਚ ਵੀ ਆਮ ਜਗ੍ਹਾ 'ਤੇ ਵੀ ਮਤਲਬ ਸੇਫਟੀ ਨਹੀਂ ਹੁੰਦੀ। ਪਰ ਡੇਰੇ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੈਗੀ ਗੀ, ਕਿਉਂਕਿ ਅਸੀਂ ਵੀ ਜਨਮ ਤੋਂ ਹੀ ਇੱਥੇ ਆਉਣੇ ਆਂਗੇ। ਤੇ ਇਹ ਜੀ ਦਾ ਕੋਈ ਗੱਲ ਨਹੀਂ ਹੈਗੀ। ਬਾਈ ਆਪਦੀ ਸਾਈਡ ਰਹਿੰਦੇ ਆ, ਭੈਣਾਂ ਆਪਦੀ ਸਾਈਡ ਰਹਿੰਦੇ ਆ, ਜਿਵੇਂ ਮਰਜ਼ੀ ਤੁਰੇ ਫਿਰਦੇ ਰਹਿੰਦੀਆਂ ਕੁੜੀਆਂ। ਮਾਹੌਲ ਬਿਲਕੁਲ ਸਾਫ਼ ਮਾਹੌਲ, ਹਰੇਕ ਪੂਰੇ ਦੇਸ਼ ਦੇ ਵਿੱਚ ਇੰਨਾ ਸਾਫ਼ ਮਾਹੌਲ ਕਿਤੇ ਨਹੀਂ ਮਿਲਦਾ। ਇੰਜੋਏ ਕਰਦੇ ਹੋ ਤੁਸੀਂ ਇੱਥੇ ਆ ਕੇ? ਫੁੱਲ ਇੰਜੋਏ ਕਰਦੇ ਆ, ਪੂਰਾ ਵਧੀਆ। ਕੋਈ ਇਹ ਨਹੀਂ ਹੈਗਾ ਵੀ ਕੋਈ ਕੁਛ ਕਹਿ ਦੂਗਾ, ਜਾਂ ਮੁੰਡਾ ਕੋਈ ਕੁਛ ਕਹਿ ਦੂਗਾ ਕੁੜੀਆਂ ਨੂੰ, ਜਾਂ ਕੋਈ ਹੋਰ ਕੁਛ ਕਹਿ ਦੂਗਾ, ਬਿਲਕੁਲ ਵੀ ਇਹ ਜਿਹੀ ਗੱਲ ਨਹੀਂ ਹੈਗੀ। ਜੀ ਮੈਮ, ਤੁਹਾਡਾ ਕੀ ਨਾਮ ਹੈ?
ਮੇਰਾ ਨਾਮ ਸੁਖਵਿੰਦਰ ਕੌਰ ਹੈ। ਸੁਖਵਿੰਦਰ ਜੀ, ਤੁਹਾਨੂੰ ਕੀ ਲੱਗਦਾ ਹੈ ਇੱਥੇ ਡੇਰਾ ਸੱਚਾ ਸੌਦਾ ਦੇ ਮਾਹੌਲ ਬਾਰੇ? ਕਿਵੇਂ ਦਾ ਮਹਿਸੂਸ ਕਰਦੇ ਹੋ ਤੁਸੀਂ ਆ ਕੇ ਇੱਥੇ? ਇੱਥੇ ਆ ਕੇ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਮੈਂ ਦੱਸ ਨਹੀਂ ਸਕਦੀ ਵੀ ਇੱਥੇ ਆ ਕੇ ਸਾਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ। ਸ਼ਾਇਦ ਇੰਨੀ ਕਦੇ ਕੋਈ ਟ੍ਰਿਪ ਤੇ ਜਾ ਕੇ ਵੀ ਨਹੀਂ ਮਿਲਦੀ ਤੇ ਨਾ ਹੀ ਕਿਤੇ ਬਾਹਰ ਏਰੀਏ 'ਚ ਜਾ ਕੇ ਮਿਲਦੀ ਹੈ ਜਿੰਨੇ ਇੱਥੇ ਖੁਸ਼ ਰਹਿੰਦੇ ਅਸੀਂ। ਠੀਕ ਹੈ, ਇੱਥੇ ਇੰਨਾ ਵਧੀਆ ਮਾਹੌਲ ਹੈ ਕਿ ਅਸੀਂ ਦੱਸ ਨਹੀਂ ਸਕਦੇ, ਪੂਰੀ ਲਾਈਫ ਬਿਆਨ ਨਹੀਂ ਕਰ ਸਕਦੇ। ਸਾਡੇ ਕੋਲ ਕੋਈ ਇੱਦਾਂ ਦੇ ਸ਼ਬਦ ਨਹੀਂ ਹੈਗੇ ਵੀ ਅਸੀਂ ਬਿਆਨ ਕਰ ਸਕੀਏ। ਜੇ ਅਸੀਂ ਬਦੌਲਤ ਹੈਗੇ ਆ ਨਾ, ਇਹ ਆਪਦੇ ਗੁਰੂ ਕਰਕੇ ਆ। ਮੈਂ ਗੁਰੂ ਜੀ ਦੀ ਤੁਸੀਂ ਗੱਲ ਕੀਤੀ, ਸਨ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਤੇ ਤੁਹਾਨੂੰ ਕਿੰਨਾ ਵਿਸ਼ਵਾਸ ਹੈ? ਆਪਣੇ ਆਪ ਤੋਂ ਵੀ ਜ਼ਿਆਦਾ। ਠੀਕ ਹੈ, ਸਾਡੇ ਕੋਲੇ ਯਾਰ ਕੋਈ ਸ਼ਬਦ ਹੀ ਨਹੀਂ ਹੈਗਾ ਵੀ ਅਸੀਂ ਬਿਆਨ ਕਰ ਸਕੀਏ। ਇੰਨਾ ਵਿਸ਼ਵਾਸ ਕਿਉਂ? ਕਿਉਂਕਿ ਜੇ ਸਾਨੂੰ ਵਿਸ਼ਵਾਸ ਹੈ ਨਾ ਤਾਂ ਹੀ ਅਸੀਂ ਇੱਥੇ ਆਉਣੇ ਆ। ਸਾਡੇ ਤੁਹਾਨੂੰ ਦੱਸ ਹੀ ਨਹੀਂ ਸਕਦੇ ਵੀ ਅਸੀਂ ਇੰਨੀ ਖੁਸ਼ੀ ਆ ਸਾਨੂੰ। ਠੀਕ ਆ, ਸਾਡੇ ਕੋਲ ਕੋਈ ਲਫ਼ਜ਼ ਹੀ ਨਹੀਂ ਹੈਗਾ ਬੋਲਣ ਨੂੰ। ਜੀ, ਕੀ ਕੰਮ ਸਨ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਨੇ ਸਮਾਜ ਦੇ ਲਈ ਕੀਤੇ ਨੇ? ਸਮਾਜ ਦੇ ਲਈ ਬਹੁਤ ਸਾਰੇ ਕੰਮ ਕਰਦੇ ਨੇ। ਪਿਤੇ 100 ਤੋਂ 150 ਤੋਂ ਅਬਵ ਕੰਮ ਹੋਣਗੇ ਜਿਹੜੇ ਸਮਾਜ ਦੇ ਲਈ ਪਿਤੇ ਕਰਦੇ ਨੇ। ਤੇ ਜਿਵੇਂ ਲੜਕੀਆਂ ਦੇ ਵਿਆਹ ਕਰਾਉਣੇ, ਗਰੀਬ ਘਰਾਂ ਨੂੰ ਸਰਦੀਆਂ 'ਚ ਕੰਬਲ ਦੇਣੇ, ਹੋਰ ਪਤੀ ਨਹੀਂ ਅਨੇਕਾਂ ਕੰਮ ਨੇ। ਜਿਵੇਂ ਬਲੱਡ ਦਾਨ ਕਰਨਾ ਸਭ ਤੋਂ ਵੱਡੀ, ਸਰੀਰ ਦਾਨ ਕਰਨਾ, ਅੱਖਾਂ ਦਾਨ ਕਰਨਾ, ਤੇ ਅਜਿਹੇ ਅਨੇਕਾਂ ਕੰਮ ਨੇ ਜਿਨ੍ਹਾਂ ਨੂੰ ਵੀ ਜਿਹੜੇ ਪਿਤੇ ਨੇ ਦੁਬਾਰਾ ਸਿਖਾਏ ਗਏ ਨੇ। ਸਫਾਈ ਅਭਿਆਨ ਲਾ ਲਓ ਵੀ, ਇਹ ਜੇ ਤਾਂ ਵੀ ਸਭ ਕੁਛ ਪਿਤੇ ਨੇ। ਜਿਵੇਂ ਕੰਨਿਆ ਭਰੂਣ ਹੱਤਿਆ, ਸਭ ਤੋਂ ਬੇਟੀਆਂ ਲਈ ਸਭ ਤੋਂ ਵੱਡੀ ਗੱਲ ਇਹੀ ਹੈਗੀ ਵੀ ਪਹਿਲਾਂ ਸਮਾਜ 'ਚ ਲੋਕ ਕੁੜੀਆਂ ਨੂੰ ਆਉਣ ਹੀ ਨਹੀਂ ਸੀ ਦਿੰਦੇਗੇ, ਕਿਉਂਕਿ ਵੀ ਪਿਤੇ ਉਹ ਕਰ ਦਿੰਦੇ ਸੀ, ਲੋਕ ਉਹ ਕਰ ਦਿੰਦੇ ਸੀਗੇ ਵੀ ਪਹਿਲਾਂ ਹੀ ਜਨਮ ਤੋਂ ਪਹਿਲਾਂ ਹੀ ਕੁੜੀ ਨੂੰ ਮਾਰ ਦਿੰਦੇ ਸੀ। ਪਿਤੇ ਨੇ ਇਹ ਸਿਖਾਇਆ ਵੀ ਕਦੇ ਵਾਸਤੇ ਵੀ ਬੇਟੀ ਕਿਸੇ ਤੇ ਬੋਝ ਨਹੀਂ ਹੈਗੀ ਗੀ। ਲੋਕਾਂ ਨੂੰ ਸਭ ਤੋਂ ਜ਼ਿਆਦਾ ਸਮਝਾਇਆ ਪਿਤੇ ਨੇ ਵੀ ਕੁੜੀ ਆਪਣਾ ਆਪ ਸੰਭਾਲ ਸਕਦੀ ਹੈ ਤੇ ਉਹ ਸਗੋਂ ਪਰਿਵਾਰ ਨੂੰ ਵੀ ਸੰਭਾਲ ਸਕਦੀ ਹੈ। ਇਹ ਵੀ ਸਮਾਜ ਨੂੰ ਪਿਤੇ ਨੇ ਸਮਝਾਇਆ। ਤੇ ਹੋਰ ਵੀ ਬਹੁਤ ਸਾਰੇ ਡੇਰਾ ਸੱਚਾ ਸੌਦਾ ਜਿਹੜੇ ਕੰਮ ਆਗਾ ਕਰਦਾ ਗਾ। ਕੀ ਤੁਹਾਨੂੰ ਲੱਗਦਾ ਅੱਜ ਜ਼ਰੂਰਤ ਹੈ ਸੰਤ ਜੀ ਦੀ ਸਮਾਜ? ਹਾਂਜੀ, ਬਿਲਕੁਲ ਜ਼ਰੂਰਤ ਆ ਗਈ। ਬਲਕਿ ਪਿਤੇ ਤੋਂ ਵੱਧ ਹੋਰ ਕੋਈ ਨਹੀਂ ਹੈਗਾ ਗਾ। ਪਿਤੇ ਦੀ ਤਾਂ ਸਭ ਤੋਂ ਜ਼ਿਆਦਾ ਜ਼ਰੂਰਤ ਆ ਗਈ ਸਮਾਜ ਨੂੰ। ਸਮਾਜ ਦੇ ਵਿੱਚ ਇੰਨੀਆਂ ਬੁਰਾਈਆਂ, ਪਿਤੇ ਨੇ ਇੰਨੀਆਂ ਬੁਰਾਈਆਂ ਕੱਢੀਆਂ, ਸਫਾਈ ਅਭਿਆਨ ਚਲਾਈ। ਕਿੰਨੇ ਮੁੰਡੇ ਜਿਹੜੇ ਨਸ਼ਿਆਂ 'ਚ, ਨੌਜਵਾਨ ਮੁੰਡੇ ਜਾਂ ਜਿਵੇਂ ਆਤਮ ਹੱਤਿਆ ਲੋਕ ਕਰ ਲੈਂਦੇ ਸੀ, ਪਿਤੇ ਨੇ ਉਹ ਵੀ ਸਮਝਾਇਆ। ਕਿੰਨਾ ਛੋਟੀਆਂ ਗੱਲਾਂ ਪਿਤੇ ਸਮਝਾਉਂਦੇ ਰਹਿੰਦੇ ਨੇ। ਤੇ ਇੰਨਾ ਘਟ ਗਿਆ ਸੀ ਜਿਵੇਂ ਆਤਮ ਹੱਤਿਆ ਲੋਕ ਕਰ ਲੈਂਦੇ ਸੀ, ਉਹ ਕਿੱਡੀ ਦੁਖਦਾਈ ਗੱਲ ਆ ਜਿਨ੍ਹਾਂ ਦੇ ਗੱਭਰੂ ਜਵਾਨ ਪੁੱਤ ਧੀਆਂ ਮਰ ਜਾਂਦੇ ਸੀ, ਹੈ ਨਾ। ਤੇ ਪਿਤੇ ਨੇ ਇੰਨਾ ਸਿਖਾਇਆ ਵੀ ਉਹ ਚੀਜ਼ ਸਭ ਕੁਛ ਵੀ ਬੁਰਾਈਆਂ ਪਿਤੇ ਨਸ਼ਾ ਛਡਾਉਂਦੇ ਨੇ, ਉਹ ਵੀ ਸਭ ਤੋਂ ਵੱਡੀ ਇੱਕ ਵਜ੍ਹਾ ਹੈਗੀ। ਤੇ ਹੋਰ ਵੀ ਬਹੁਤ ਸਾਰੇ ਅਜਿਹੇ ਕੰਮ ਨੇ। ਫਿਰ ਜਿਹੜੇ ਆਰੋਪ ਸੰਤ ਜੀ ਤੇ ਲਗਾਏ ਗਏ, ਉਹ ਸਭ ਕੁਝ ਝੂਠ ਹੈਗਾ। ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਵੀ ਪਿਤੇ ਤਾਂ ਇੰਨੇ ਪਾਕ ਪਵਿੱਤਰ ਸੰਤ ਨੂੰ, ਇੱਕ ਗੁਰੂ ਨੂੰ ਵੀ ਬੇਹੱਦ ਮਤਲਬ ਉਹ ਗਲਤ ਇਲਜ਼ਾਮ ਲੱਗੇ ਹੋਏ ਨੇ। ਅਜਿਹੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਅਸੀਂ ਜਨਮ ਤੋਂ ਡੇਰੇ ਸੱਚੇ ਸੌਦੇ ਆਉਣੇ ਆ। ਜੇ ਅਜਿਹੀ ਕੋਈ ਗੱਲ ਹੁੰਦੀ ਤਾਂ ਡੈਡੀ ਵਰਗੇ ਆਉਂਦੇ ਰਹੇ, ਮੇਰਾ ਤਾਇਆ ਪੱਕਾ ਸੰਮਤੀ 'ਚ ਹੈਗਾ। ਤੇ ਜੇ ਅਜਿਹੀ ਗੱਲ ਹੁੰਦੀ ਉਹ ਸਾਨੂੰ ਕਿਵੇਂ ਆਉਣ ਦਿੰਦੇ? ਜੇ ਮੰਨ ਲਓ ਆਪਾਂ ਵੀ ਪਰਿਵਾਰ 'ਚ ਹਮੇਸ਼ਾ ਮਾਂ-ਬਾਪ ਦਾ ਹੀ ਹੁੰਦਾ ਵੀ ਸਾਡੇ ਧੀ ਪੁੱਤ ਸੁਰੱਖਿਅਤ ਹੋਣ, ਵੀ ਅਜਿਹੀ ਕੋਈ ਗੱਲ ਨਾ ਹੋਵੇ। ਜੇ ਕੋਈ ਇਹੋ ਜਿਹੀ ਗੱਲ ਹੁੰਦੀ ਵੀ ਪਿਤੇ ਹੀ ਗਲਤ ਹੁੰਦੇ, ਫਿਰ ਸਾਨੂੰ ਕਿਉਂ ਆਉਣ ਦਿੰਦੇ ਉਹ? ਅਸੀਂ ਤੁਹਾਡਾ ਕੀ ਮੰਨਣਾ ਹੈ? ਜਿਹੜੇ ਵੀ ਮੀਡੀਆ 'ਚ ਕਾਫੀ ਕੁਝ ਦਿਖਾਇਆ ਗਿਆ ਆਸ਼ਰਮ ਬਾਰੇ, ਜਾਂ ਤੁਸੀਂ ਵੀ ਸੁਣਿਆ ਹੋਊਗਾ, ਲੋਕਾਂ ਦੇ ਦਿਮਾਗ 'ਚ ਅਲੱਗ ਚੀਜ਼ਾਂ ਆਸ਼ਰਮ ਨੂੰ ਲੈ ਕੇ ਰਹਿੰਦੀਆਂ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਉਹ ਸਾਰੇ ਆਰੋਪਾਂ ਦੀਦੀ ਜਿਹੜੇ ਗਲਤ ਨੇਗੇ। ਇੱਦਾਂ ਦਾ ਇੱਥੇ ਕੁਝ ਵੀ ਨਹੀਂ ਹੈਗਾ। ਅਸੀਂ ਬਚਪਨ ਤੋਂ ਹੀ ਲੈ ਕੇ ਇੱਥੇ ਆਉਂਦੇ ਹਾਂ। ਪਹਿਲਾਂ ਮੇਰੇ ਦਾਦਾ ਜੀ ਨੇ ਨਾਮ ਸ਼ਬਦ ਲਿਆ ਹੋਇਆ, ਉਹ ਆਉਂਦੇ ਸੀ। ਉਸ ਤੋਂ ਬਾਅਦ ਮੇਰੇ ਪੇਰੈਂਟਸ ਆਉਂਦੇ ਸੀ, ਉਸ ਤੋਂ ਬਾਅਦ ਅਸੀਂ ਆਉਂਦੇ ਹਾਂ। ਬਚਪਨ ਤੋਂ ਹੀ ਲੈ ਕੇ ਅਸੀਂ ਇੱਦਾਂ ਦਾ ਇੱਥੇ ਕੁਝ ਵੀ ਨਹੀਂ ਦੇਖਿਆ ਹੈਗਾ। ਇਹ ਸਾਰੇ ਆਰੋਪ ਨੇ ਜਿਹੜੇ ਉਹ ਗਲਤ ਨੇਗੇ। ਸਰਕਾਰ ਤੋਂ ਕੀ ਮੰਗ ਕਰਨਾ ਚਾਹੋਗੇ? ਕਿ ਸਰਕਾਰ ਤੋਂ ਸਾਨੂੰ ਇਹੀ ਅਪੀਲ ਆ ਵੀ ਛੇਤੀ ਤੋਂ ਛੇਤੀ ਪਿਤਾਈਆਂ ਨੂੰ ਵਾਪਸ ਭੇਜ ਦੇਣ ਸਾਡੇ ਕੋਲ, ਤੇ ਸਮਾਜ ਦੇ ਵਿੱਚ ਪਿਤੇ ਆਉਣ ਤੇ ਬੁਰਾਈਆਂ ਖਤਮ ਕਰਨ ਜੋ ਦਿਨ ਬ ਦਿਨ ਵੱਧਦੀਆਂ ਜਾਂਦੀਆਂ ਨੇ, ਨਸ਼ੇ ਵੱਧਦੇ ਜਾਂਦੇ ਨੇ। ਪਿਤੇ ਦੀ ਸਖਤ ਜ਼ਰੂਰਤ ਹੈ ਆਪਣੀ ਸਮਾਜ। ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ। ਦੋਸਤੋ, ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਡੇਰਾ ਸੱਚਾ ਸੌਦਾ ਤੋਂ ਸਿੱਧੀ ਕਵਰੇਜ। ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸਾਡੇ ਨਾਲ ਇਹ ਕੁੜੀਆਂ ਜੁੜੀਆਂ ਨੇ, ਜਿਹੜੀਆਂ ਦੱਸ ਰਹੀਆਂ ਨੇ ਕਿ ਡੇਰਾ ਸੱਚਾ ਸੌਦਾ ਦੇ ਨਾਲ ਬਿਲਕੁਲ ਆਜ਼ਾਦੀ ਦੇ ਨਾਲ ਇਹ ਆਉਂਦੀਆਂ ਨੇ ਡੇਰਾ ਸੱਚਾ ਸੌਦਾ ਦੇ ਵਿੱਚ। ਤੇ ਸਨ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਹੀ ਹੈ ਜਿਨ੍ਹਾਂ ਨੇ ਦੱਸਿਆ ਕਿ ਬੇਟੀਆਂ ਸਮਾਜ ਦੇ ਲਈ ਬੋਝ ਨਹੀਂ ਹਨ, ਉਹ ਵੀ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ। ਇਹਨਾਂ ਦਾ ਕਹਿਣਾ ਹੈ ਕਿ ਕਰੋੜਾਂ ਲੋਕਾਂ ਨੂੰ ਸੰਤ ਜੀ ਨੇ ਪ੍ਰੇਰਨਾ ਦਿੱਤੀ। ਜੋ ਵੀ ਮੀਡੀਆ 'ਚ ਦਿਖਾਇਆ ਗਿਆ, ਜੋ ਵੀ ਆਸ਼ਰਮ ਦੇ ਬਾਰੇ ਦਿਖਾਇਆ ਗਿਆ, ਉਹ ਸਭ ਝੂਠ ਹੈ। ਇਹ ਜਨਤਾ ਦਾ ਮੰਨਣਾ ਹੈ। ਇਹ ਲਗਾਤਾਰ ਕਰਾਰਾ ਤਮਾਚਾ ਹੈ ਉਹ ਖਬਰਾਂ ਦੇ ਬਾਰੇ ਜਿਹੜਾ ਮੀਡੀਆ 'ਚ ਦਿਖਾਇਆ ਜਾ ਰਿਹਾ ਸੀ। ਤੁਸੀਂ ਵੀ ਜ਼ਰੂਰ ਸੋਚੋ ਤੇ ਆਪਣੀ ਰਾਏ ਕਮੈਂਟ ਬਾਕਸ ਜ਼ਰੂਰ ਪਾਓ। ਦੇਖਦੇ ਰਹੋ ਸੱਚੀਆਂ ਗੱਲਾਂ ਦਾ ਫੈਕਟ ਆਈ ਦੇ ਨਾਲ। ਬਹੁਤ ਬਹੁਤ ਧੰਨਵਾਦ।